ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਹਉ ਫਿਰਉ ਖੋਜੰਤੀਆ। ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ। ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ। ਇੱਕ ਤਿਲ ਭੀ ਨਾ ਤੀਰੀਜੈ, ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ। ਚਾਤ੍ਰਿਕ ਜਿਵੈ ਤਿਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ। ਸਗਲੀ ਤਿਖਾ ਬੁਝੰਤੀਆ, ਜਨ ਨਾਨਕ ਗੁਰ ਪੂਰਾ ਪਾਇਆ। ਸਗਲੀ ਤਿਖਾ ਬੁਝੰਤੀਆ। ਨਾਣੈ ਰਵਤ ਰਹੈ ਘਟ ਅੰਤਰ, ਹਰ ਗੁਣ ਗਾਵੈ ਸੋਈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨ ਹੋਈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਪਰਮ ਕਿਰਪਾਲੂ, ਪਰਮ ਦਇਆਲੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਭਾਈ ਸਾਹਿਬ ਜੀ ਦੇ ਜਥੇ ਪਾਸੋਂ ਬੜੀ ਰਸ ਭਿੰਨੀ ਮਧੁਰ ਆਵਾਜ਼ ਦੇ ਵਿੱਚ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਜਿੱਥੇ ਭਾਈ ਸਾਹਿਬ ਜੀ ਨੇ ਲਾਸਟ ਸ਼ਬਦ ਗਾਇਨ ਕੀਤਾ ਨਾ, ਕਿਨਕਾ ਏਕ ਜਿਸ ਜੀ ਬਸਾਵੈ, ਜਾਚਨਾ ਕਰੀਏ ਗੁਰੂ ਦੇ ਪਾਸੋਂ। ਮਾਲਕ, ਜਿਹੜੀ ਬਖਸ਼ਿਸ਼ ਤੁਸੀਂ ਇਸ ਪਾਵਨ ਬਚਨ ਦੇ ਵਿੱਚ ਕੀਤੀ ਹੈ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਦਾ ਬਚਨ ਹੈ ਨਾ, ਤੁਹਾਨੂੰ ਸਾਰਿਆਂ ਨੂੰ ਪਤਾ। ਜਾਚਨਾ ਕਰੀਏ ਗੁਰੂ ਜੀ ਦੇ ਕੋਲ ਆਣ ਕੇ, ਮਾਲਕ ਕਿਤੇ ਕਿਣਕਾ ਹੀ ਵਸ ਜਾਵੇ ਅੰਦਰ। ਜੇ ਕਿਤੇ ਵਸ ਗਿਆ ਨਾ ਸਾਧ ਸੰਗਤ ਕਿਣਕਾ, ਫਿਰ ਗੁਰੂ ਅਰਜਨ ਸਾਹਿਬ ਜੀ ਐਵੇਂ ਨਹੀਂ ਕਹਿ ਰਹੇ ਕਿ ਤਾਂ ਕੀ ਮਹਿਮਾ ਗਣੀ ਨਾ ਆਵੇ। ਵਡਿਆਈ ਕਹਿਣ ਤੋਂ ਬਾਰੀ ਹੋ ਜਾਏਗੀ। ਸੋ ਆਓ ਗੁਰੂ ਚਰਨਾਂ ਦੇ ਵਿੱਚ ਸੀਸ ਝੁਕਾਈਏ ਤੇ ਜੋ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਆਪਾਂ ਵਿਚਾਰਨਾ ਹੈ। ਬਾਣੀ ਪੱਟੀ ਲਿਖੀ ਦੇ ਵਿੱਚੋਂ ਆਸਾ ਰਾਗ ਹੈ। ਨਾਣੈ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੈ ਸੋਈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ,
ਜਿਹੜਾ ਗੁਰਮੁਖੀ ਦਾ ਲੈਟਰ ਹੈ ਨਾ ਜੀ, ਨਾਣਾ, 2 ਲੈਟਰ ਨੇ ਜੀ। ਵੈਸੇ ਕਈ ਲੈਟਰ ਨੇ ਜਿਨ੍ਹਾਂ ਦੀ ਸਾਊਂਡ ਜਿਹੜੀ ਹੈ ਨਾ ਸਿਮਿਲਰ ਹੈ, ਮਿਲਦੀ ਹੈ ਆਪਸ ਦੇ ਵਿੱਚ, ਪਰ ਫਰਕ ਹੈ। ਨੰਨਾ ਤੇ ਨਾਣਾ ਫਰਕ ਹੈ ਦੋਨਾਂ ਦੇ ਪ੍ਰੋਨੰਸੀਏਸ਼ਨ ਦੇ ਵਿੱਚ। ਤੇ ਇਹ ਨਾਣਾ ਹੈ, ਨਾਣੇ ਅੱਖਰ ਰਾਹੀਂ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ। ਕੀ ਦਿੰਦੇ ਪਏ ਨੇ ਉਪਦੇਸ਼? ਕਹਿੰਦੇ ਜਿਸ ਦੇ ਅੰਦਰ ਉਹ ਮਾਲਕ ਪ੍ਰਗਟ ਹੋ ਗਿਆ, ਰਵਤ ਰਹੇ। ਰਵਤ ਦਾ ਮਤਲਬ ਹੁੰਦਾ ਹੈ ਜੀ ਸਾਖਿਆਤ ਹੋਣਾ, ਪ੍ਰਗਟ ਹੋ ਜਾਣਾ ਅੰਦਰ। ਉਹ ਫਿਰ ਉਸ ਮਾਲਕ ਦੇ ਗੁਣ ਗਾਉਂਦਾ ਹੈ, ਤੇ ਜਿਹੜਾ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਹੈ ਉਹਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਉਹਦੇ ਵਿੱਚ ਮਰਜ ਹੋ ਜਾਂਦਾ ਹੈ, ਤੇ ਜਿਹੜਾ ਉਹਦੇ ਵਿੱਚ ਮਰਜ ਹੋ ਗਿਆ ਉਹ ਦੁਬਾਰਾ ਫਿਰ ਰੀਇਨਕਾਰਨੇਸ਼ਨ ਦੇ ਸਰਕਲ ਦੇ ਵਿੱਚ ਨਹੀਂ ਆਉਂਦਾ, ਉਹ ਨਿਕਲ ਜਾਂਦਾ ਹੈ ਬਾਹਰ। ਉਹਦਾ ਵਾਰ-ਵਾਰ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਸਾਧ ਸੰਗਤ, ਇਹ ਪਾਵਨ ਬਚਨ ਆਪਾਂ ਵਿਚਾਰਨਾ ਹੈ, ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਤਿਗੁਰੂ ਜੀ ਕੀ ਉਪਦੇਸ਼ ਸਾਡੀ ਝੋਲੀ 'ਚ ਪਾਉਂਦੇ ਪਏ ਨੇ। ਸੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਚ ਸੀਸ ਝੁਕਾਉਂਦਿਆਂ ਹੋਇਆਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਨਾ ਗੁਰੂ ਤੇਗ ਬਹਾਦਰ ਮਹਾਰਾਜ ਆਨੰਦਪੁਰ ਸਾਹਿਬ ਤੋਂ ਅਸਾਮ ਦੀ ਧਰਤੀ ਵੱਲ ਜਾ ਰਹੇ ਨੇ, ਰਸਤੇ ਵਿੱਚ ਜਾਂਦਿਆਂ ਆਗਰਾ ਆਇਆ। ਆਗਰੇ ਦੀ ਧਰਤੀ ਤੇ ਰੁਕੇ ਗੁਰੂ ਤੇਗ ਬਹਾਦਰ ਮਹਾਰਾਜ। ਉੱਥੇ ਇੱਕ ਸਿੱਖ ਨੇ ਆਣ ਕੇ ਬੇਨਤੀ ਕੀਤੀ। ਹੁਣ ਜਿੱਥੇ ਵੀ ਆਨੰਦਪੁਰ ਸਾਹਿਬ ਤੋਂ ਚੱਲੇ ਨੇ ਸਤਿਗੁਰੂ ਜੀ, ਪੰਜਾਬ ਤੋਂ, ਆਨੰਦਪੁਰ ਸਾਹਿਬ ਤੋਂ ਨਿਕਲ ਕੇ ਪੂਰੇ ਪੰਜਾਬ ਦੇ ਵਿੱਚੋਂ ਦੀ ਹੁੰਦੇ ਹੋਏ ਜਦੋਂ ਦਿੱਲੀ ਕ੍ਰਾਸ ਕਰਕੇ ਆਗਰੇ ਦੀ ਧਰਤੀ ਤੇ ਪਹੁੰਚੇ, ਹੁਣ ਜਿੱਥੇ ਜਿੱਥੇ ਵੀ ਪਹੁੰਚੇ ਉਹ ਭਾਵਨਾ ਵਾਲੇ ਸਿੱਖ ਜਿਹੜੇ ਨੇ ਗੁਰੂ ਸਾਹਿਬਾਂ ਦੇ ਦੀਦਾਰਾਂ ਵਾਸਤੇ ਆਏ, ਦਰਸ਼ਨਾਂ ਵਾਸਤੇ ਆਏ। ਤੇ ਸਾਧ ਸੰਗਤ ਇਕੱਲੇ ਦਰਸ਼ਨ ਕਰਨ ਹੀ ਨਹੀਂ ਸੀ ਆਉਂਦੇ ਸਿੱਖ, ਜੋ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਸੀ ਉਹ ਸਵਾਲ ਸਤਿਗੁਰਾਂ ਦੇ ਸਾਹਮਣੇ ਆਣ ਕੇ ਕਰਦੇ। ਉਹ ਆਤਮਿਕ ਜੀਵਨ ਦੇ ਨਾਲ ਸੰਬੰਧਿਤ ਚਾਹੇ ਸੰਸਾਰਿਕ ਜੀਵਨ ਦੇ ਨਾਲ ਸੰਬੰਧਿਤ ਸਵਾਲ ਜ਼ਰੂਰ ਕਰਦੇ ਗੁਰੂ ਸਾਹਿਬ ਜੀ ਦੇ ਕੋਲ ਆਣ ਕੇ। ਜਿਸ ਨੇ ਵੀ ਗੁਰੂ ਸਾਹਿਬ ਦੇ ਕੋਲ ਸਵਾਲ ਕੀਤਾ ਜਵਾਬ ਜ਼ਰੂਰ ਲੈ ਕੇ ਗਿਆ, ਚਾਹੇ ਕਿਸੇ ਵੀ ਤਰ੍ਹਾਂ ਦਾ ਸਵਾਲ ਕਿਉਂ ਨਾ ਹੋਵੇ। ਹੁਣ ਜਦੋਂ ਆਗਰੇ ਦੀ ਧਰਤੀ ਤੇ ਪਹੁੰਚੇ ਨੇ ਤੇ ਉਹ ਸਿੱਖ ਨੇ ਆਣ ਕੇ ਸਵਾਲ ਨਹੀਂ ਕੀਤਾ, ਉਹਨੇ ਨਮਸਕਾਰ ਕੀਤੀ ਹੈ ਗੁਰੂ ਚਰਨਾਂ ਦੇ ਵਿੱਚ, ਤੇ ਨਾਲ ਹੀ ਵਚਨ ਕਿਹਾ ਗੁਰੂ ਸਾਹਿਬ ਨੂੰ। ਕਹਿਣ ਲੱਗਾ, ਸਤਿਗੁਰੂ ਜੀ ਮੈਂ ਸੰਨਿਆਸੀ ਹੋਣ ਲੱਗਾ। ਸੁਣਿਓ ਲਫ਼ਜ਼, ਉਹ ਸਿੱਖ ਕਹਿੰਦਾ ਸਤਿਗੁਰੂ ਜੀ ਮੈਂ ਸੰਨਿਆਸੀ ਹੋਣ ਲੱਗਾ। ਸੰਨਿਆਸੀ ਦਾ ਮਤਲਬ ਮੇਰੇ ਖਿਆਲ ਤੁਸੀਂ ਸਮਝਦੇ ਹੋਵੋਗੇ, ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਜਾਣਾ ਜਾਂ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਜਾ ਕੇ ਵੜ ਜਾਣਾ, ਪਰਿਵਾਰ ਦੇ ਨਾਲੋਂ ਸੰਸਾਰ ਦੇ ਨਾਲੋਂ ਬਿਲਕੁਲ ਡਿਟੈਚ ਹੋ ਜਾਣਾ, ਨਾਤਾ ਹੀ ਤੋੜ ਲੈਣਾ। ਪਰਿਵਾਰ ਦੀ ਸਾਰ ਤੱਕ ਨਾ ਪੁੱਛਣੀ, ਘਰ ਦੇ ਵਿੱਚ ਪਤਨੀ ਹੈ, ਮਾਂ ਪਿਓ ਹੈ, ਬੱਚੇ ਹੈ, ਉਹਨਾਂ ਨੂੰ ਛੱਡ ਕੇ ਆਪ ਜਾ ਕੇ ਜੰਗਲ ਦੇ ਵਿੱਚ ਬਹਿ ਜਾਣਾ, ਸੰਨਿਆਸ ਧਾਰਨ ਕਰ ਲੈਣਾ। ਕਹਿੰਦਾ ਜੀ ਮੈਂ ਸੰਨਿਆਸੀ ਹੋਣ ਲੱਗਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਉਸ ਨੂੰ ਸਵਾਲ ਕੀਤਾ, ਕਹਿਣ ਲੱਗੇ ਗ੍ਰਸਤੀ ਹੈ। ਸਵਾਲ ਕੀ ਗੁਰੂ ਤੇਗ ਬਹਾਦਰ ਸਾਹਿਬ ਦਾ? ਕਹਿਣ ਲੱਗੇ ਤੂੰ ਗ੍ਰਸਤੀ ਹੈ। ਗ੍ਰਸਤੀ ਦਾ ਮਤਲਬ ਪਰਿਵਾਰ ਵਾਲਾ ਹੈ। ਹਾਂਜੀ ਸਤਿਗੁਰੂ ਜੀ, ਪਤਨੀ ਵੀ ਹੈ, ਮਾਂ ਪਿਓ ਵੀ ਨੇ, ਬੱਚੇ ਵੀ ਨੇ। ਤੇ ਸਤਿਗੁਰੂ ਜੀ ਕਹਿੰਦੇ ਫਿਰ ਸੰਨਿਆਸੀ ਕਿਉਂ ਹੋਣ ਲੱਗਾ ਹੈ? ਕਹਿੰਦਾ ਜੀ ਮੈਨੂੰ ਪਤਾ ਚੱਲਿਆ ਹੈ ਕਿ ਜੇ ਰੱਬ ਨੂੰ ਪਾਉਣਾ ਹੈ, ਜੇ ਉਹਦੇ ਨਾਲ ਮਿਲਣਾ ਹੈ, ਤਾਂ ਫਿਰ ਪਰਿਵਾਰ ਦੇ ਵਿੱਚ ਰਹਿ ਕੇ ਨਹੀਂ ਮਿਲਿਆ ਜਾ ਸਕਦਾ, ਇਹਨੂੰ ਛੱਡਣਾ ਪਏਗਾ। ਮੈਂ ਮਿਲਣਾ ਚਾਹੁੰਦਾ ਤੇ ਇਸ ਕਰਕੇ ਮੈਂ ਸੰਨਿਆਸ ਧਾਰਨ ਕਰਨ ਲੱਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨੂੰ ਸਮਝਾਇਆ। ਕਹਿਣ ਲੱਗੇ ਭਲਿਆ ਇਸ ਰਸਤੇ ਦੇ ਉੱਤੇ ਚੱਲ ਕੇ ਅੱਜ ਤੱਕ ਕਿਸੇ ਨੇ ਰੱਬ ਨਹੀਂ ਜੇ ਪਾਇਆ। ਜਿਹੜਾ ਰਸਤਾ ਤੂੰ ਅਪਣਾਉਣ ਜਾ ਰਿਹਾ ਨਾ, ਇਸ ਰਾਹ ਤੇ ਚੱਲ ਕੇ ਕਿਸੇ ਨੇ ਰੱਬ ਨਹੀਂ ਜੇ ਪਾਇਆ। ਹਾਂ ਠੀਕ ਹੈ, ਤੇਰਾ ਜਿਹੜਾ ਆਪਣਾ ਜੀਵਨ ਹੈ ਉਹ ਸੰਜਮੀ ਹੋ ਜਾਏਗਾ। ਸਰੀਰਕ ਤੌਰ ਤੇ ਤੂੰ, ਕਿਉਂਕਿ ਤੇਰਾ ਖਾਣਾ ਪੀਣਾ ਕੰਟਰੋਲ ਹੋ ਜਾਏਗਾ, ਅਰੋਗ ਹੋ ਜਾਏਗਾ ਜ਼ਰੂਰ ਪ੍ਰੈਕਟਿਸ ਕਰਦਿਆਂ। ਪਰ ਜੇਕਰ ਕਹੇ ਕਿ ਰੱਬ ਮਿਲ ਜਾਏ, ਉਹ ਨਹੀਂ, ਇਸ ਤਰ੍ਹਾਂ ਰੱਬ ਨਹੀਂ ਮਿਲਣਾ। ਇਹ ਤਾਂ ਇਦਾਂ ਹੈ ਕਿ ਜਿਸ ਤਰ੍ਹਾਂ ਇੱਕ ਟਰੈਕ ਤੋਂ ਗਲਤ ਟਰੈਕ ਤੇ ਪੈ ਜਾਣਾ। ਇੱਕ ਸਿੱਧਾ ਟਰੈਕ ਹੈ, ਇੱਕ ਸਿੱਧਾ ਰਸਤਾ ਹੈ, ਉਸ ਸਿੱਧੇ ਰਸਤੇ ਤੋਂ ਗਲਤ ਰਸਤੇ ਦੇ ਉੱਤੇ ਪੈ ਜਾਣਾ। ਜੇ ਰੱਬ ਨੂੰ ਪਾਉਣਾ ਹੈ ਤੇ ਫਿਰ ਪਰਿਵਾਰ ਨੂੰ ਛੱਡਣ ਦੀ ਜ਼ਰੂਰਤ ਕੋਈ ਨਹੀਂ।
ਪਰਿਵਾਰ ਦੀ ਸੇਵਾ, ਮੈਂ ਸੇਵਾ ਲਫ਼ਜ਼ ਯੂਜ਼ ਕੀਤਾ, ਪਰਿਵਾਰ ਨੂੰ ਜਿਹੜਾ ਪਾਲਣਾ ਹੈ ਨਾ ਸਾਧ ਸੰਗਤ, ਉਹ ਵੀ ਇੱਕ ਸੇਵਾ ਦੇ ਬਰਾਬਰ ਹੈ। ਪਰ ਪਾਲਦਿਆਂ ਪਾਲਦਿਆਂ ਉਹ ਰੱਬ ਜ਼ਰੂਰ ਯਾਦ ਹੋਣਾ ਚਾਹੀਦਾ ਹੈ, ਉਹ ਨਾ ਭੁੱਲੇ। ਜੇ ਉਹ ਯਾਦ ਨਹੀਂ ਹੈ ਫਿਰ ਪਰਿਵਾਰ ਬੰਧਨ ਹੋ ਸਕਦਾ ਹੈ, ਕਿਉਂਕਿ ਉਸ ਪਰਿਵਾਰ ਦੀ ਖਾਤਰ ਰੱਬ ਭੁੱਲ ਗਿਆ ਹੈ। ਪਰ ਜੇ ਪਰਿਵਾਰ ਦੀ ਪਾਲਣਾ ਕਰਦਿਆਂ, ਆਪਣੀਆਂ ਜ਼ਿੰਮੇਵਾਰੀਆਂ, ਆਪਣੀਆਂ ਡਿਊਟੀਆਂ ਨਿਭਾਉਂਦਿਆਂ ਹੋਇਆਂ ਉਹ ਰੱਬ ਯਾਦ ਆਉਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਤੂੰ ਇਸ ਪਰਿਵਾਰ ਦੇ ਵਿੱਚ ਰਹਿ ਕੇ ਉਹਨੂੰ ਪਾ ਸਕਦਾ ਹੈ, ਤੈਨੂੰ ਸੰਨਿਆਸ ਧਾਰਨ ਕਰਨ ਦੀ ਲੋੜ ਕੋਈ ਨਹੀਂ, ਕਿਉਂਕਿ ਇਸ ਰਸਤੇ ਤੋਂ ਚੰਗਾ ਰਸਤਾ ਹੋਰ ਦੂਜਾ ਹੈ ਹੀ ਕੋਈ ਨਹੀਂ, ਗ੍ਰਸਤ ਵਾਲਾ ਜੀਵਨ ਜਿਹੜਾ ਹੈ। ਤੇ ਇਹ ਸਵਾਲ ਹੈ ਨਾ ਜਿਹੜਾ ਸਾਧ ਸੰਗਤ ਰੱਬ ਨੂੰ ਪਾਉਣ ਵਾਲਾ, ਮੋਸਟਲੀ ਜਿਹੜਾ ਵੀ ਧਰਮ ਦੇ ਵਿੱਚ ਜਾਂ ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਨਾ, ਉਹਦੇ ਅੰਦਰ ਹੈ ਕਿ ਮੈਂ ਰੱਬ ਨੂੰ ਪਾਉਣਾ, ਪਰ ਸਮਝ ਨਹੀਂ ਆਉਂਦੀ ਕਿ ਪਾਇਆ ਕਿਵੇਂ ਜਾਏ, ਕਿਸ ਤਰੀਕੇ ਦੇ ਨਾਲ ਮਿਲ ਸਕਦਾ ਹੈ, ਉਹ ਕਿਹੜਾ ਮੈਥਡ ਅਪਣਾਇਆ ਜਾਵੇ ਕਿ ਉਹ ਮੈਨੂੰ ਮਿਲ ਜਾਏ। ਤੇ ਖਿਆਲ ਕਰਿਓ ਸਾਧ ਸੰਗਤ, ਜੇ ਇਹ ਸਵਾਲ ਆਪਣੇ ਅੰਦਰ ਹੈ, ਗੁਰੂ ਨੂੰ ਆਣ ਕੇ ਸਵਾਲ ਜ਼ਰੂਰ ਕਰੋ, ਸਤਿਗੁਰੂ ਜੀ ਕਿਵੇਂ, ਹਾਊ ਕੈਨ ਆਈ ਮਰਜ ਵਿਦ ਗੋਡ, ਕਿਵੇਂ ਮਿਲ ਸਕਦਾ ਮੈਂ? ਤੇ ਸਤਿਗੁਰੂ ਜੀ ਜਵਾਬ ਦਿੰਦੇ ਨੇ ਜਵਾਬ। ਸਤਿਗੁਰੂ ਜੀ ਪਤਾ ਕੀ ਜਵਾਬ ਦਿੱਤਾ ਹੈ? ਬਚਨ ਪੜੋ ਗੁਰੂ ਸਾਹਿਬ ਦਾ, ਕਹਿੰਦੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ, ਬੇਨਤੀ ਅਰਦਾਸ। ਕਹਿੰਦੇ ਮੈਂ ਮਾਲਕ ਤੇਰੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦਾ। ਕਿਹੜੀ ਬੇਨਤੀ ਹੈ? ਤਿਸ ਮੋਹਣ ਲਾਲ ਪਿਆਰੇ ਹਉ ਫਿਰੋਂ ਖੋਜੰਤੀਆ, ਮੈਨੂੰ ਲੱਭਦਾ ਫਿਰਦਾ। ਹੁਣ ਉਹਨੂੰ ਲੱਭਣ ਵਾਸਤੇ ਸਾਧ ਸੰਗਤ, ਉਹਨੂੰ ਮਿਲਣ ਵਾਸਤੇ ਅੰਦਰ ਪਿਆਸ ਹੋਣੀ ਬੜੀ ਜ਼ਰੂਰੀ ਹੈ, ਅੰਦਰ ਪਿਆਸ ਹੋਣੀ ਬੜੀ ਜ਼ਰੂਰੀ। ਦੋ ਤਿੰਨ ਗੱਲਾਂ ਨੇ ਜਿਹੜੀਆਂ ਨੋਟ ਕਰਨ ਵਾਲੀਆਂ ਨੇ ਜੇ ਰੱਬ ਨੂੰ ਪਾਉਣਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਲਾਈਫ ਦਾ ਪਰਪਸ ਪਤਾ ਹੋਵੇ ਕਿ ਕੀ ਹੈ। ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਪਸ ਪਤਾ ਹੋਵੇ ਕਿ ਮੇਰੀ ਇਸ ਜ਼ਿੰਦਗੀ ਦਾ ਪਰਪਸ ਕੀ ਹੈ। ਕੇਵਲ ਇਹ ਪਰਪਸ ਨਹੀਂ ਹੈ ਕਿ ਮੈਂ ਕੰਮ ਕਰਾਂ, ਕਮਾਈ ਕਰਾਂ, ਜੌਬ ਕਰਾਂ, ਬਿਜ਼ਨਸ ਕਰਾਂ ਤੇ ਪਰਿਵਾਰ ਦੀ ਪਾਲਣਾ ਕਰਾਂ, ਕੇਵਲ ਇੰਨਾ ਪਰਪਸ ਨਹੀਂ ਹੈ। ਇਸ ਤੋਂ ਵੱਡਾ ਕੋਈ ਪਰਪਸ ਹੈ, ਉਹ ਹੈ ਗੋਬਿੰਦ ਨੂੰ ਮਿਲਣਾ। ਇਹ ਪਤਾ ਹੋਵੇ ਤੇ ਫਿਰ ਦੂਜਾ ਪਿਆਸ ਲੱਗ ਜਾਏ ਅੰਦਰ। ਤੇ ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਗੁਰੂ ਅਰਜਨ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ ਜੀ ਸੁਖਮਨੀ ਸਾਹਿਬ ਦੇ ਵਿੱਚ। ਜੇ ਤੁਸੀਂ ਪਾਠ ਕਰਦੇ ਹੋ ਨਾ, ਤੇ ਚਲੋ ਧਿਆਨ ਭਟਕਦਾ ਹੈ, ਮਨ ਨਹੀਂ ਟਿਕਦਾ, ਬੜਾ ਚੰਚਲ ਹੈ, ਪਰ ਕਦੇ ਨਾ ਹੋ ਸਕਦਾ ਭਾਵਨਾ ਵਾਲੇ ਤੁਸੀਂ ਬੈਠੇ ਹੋ, ਤੁਹਾਡਾ ਮਨ ਜ਼ਰੂਰ ਜੁੜਦਾ ਹੋਵੇਗਾ ਸੁਖਮਨੀ ਸਾਹਿਬ ਦੇ ਵਿੱਚ। ਮੈਂ ਗਲਤ ਹੋ ਸਕਦਾ। ਗੁਰੂ ਸਾਹਿਬ ਦਾ ਬੜਾ ਪਿਆਰਾ ਬਚਨ ਆਉਂਦਾ ਹੈ ਜੀ। ਸਤਿਗੁਰੂ ਜੀ ਕਹਿੰਦੇ ਪਿਆਸ ਦਾ ਹੋਣਾ ਬੜਾ ਜ਼ਰੂਰੀ ਹੈ। ਤੇ ਜਿਸ ਦੇ ਅੰਦਰ ਪਿਆਸ ਪੈਦਾ ਹੋ ਗਈ ਨਾ, ਧਿਆਨ ਦਿਓ, ਜਿਸ ਦੇ ਅੰਦਰ ਪਿਆਸ ਪੈਦਾ ਹੋ ਗਈ ਉਹਨੂੰ ਪਾਉਣ ਦੀ, ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤਾਂ ਉਹ ਤੋਂ ਕੁਰਬਾਨ ਜਾਨਾ। ਅਜੇ ਮਿਲਾਪ ਨਹੀਂ ਹੈ, ਅਜੇ ਮਿਲਾਪ ਨਹੀਂ ਹੋਇਆ, ਅਜੇ ਪਿਆਸ ਹੀ ਪੈਦਾ ਹੋਈ ਹੈ ਅੰਦਰ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜਿਸ ਦੇ ਅੰਦਰ ਪਿਆਸ ਪੈਦਾ ਹੋ ਗਈ ਹੈ ਨਾ, ਉਹਨੂੰ ਮਿਲਣ ਦੀ, ਮੈਂ ਉਸ ਤੋਂ ਕੁਰਬਾਨ ਜਾਨਾ। ਕੀ ਬਚਨ ਹੈ ਜੀ ਗੁਰੂ ਅਰਜਨ ਸਾਹਿਬ ਦਾ? ਕਹਿੰਦੇ ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਜਾਸਾ। ਕਹਿੰਦੇ ਮੈਂ ਉਤੋਂ ਕੁਰਬਾਨ ਜਾਨਾ ਜਿਹਦੇ ਅੰਦਰ ਪਿਆਸ ਲੱਗ ਗਈ ਹੈ ਮਿਲਣ ਦੀ। ਪਿਆਸ ਲੱਗ ਜਾਏ, ਜ਼ਿੰਦਗੀ ਦਾ ਪਰਪਸ ਪਤਾ ਚੱਲ ਗਿਆ ਹੈ, ਤੇ ਹੁਣ ਆਣ ਕੇ ਬੇਨਤੀ ਕਰ। ਜਿਹਦੇ ਅੰਦਰ ਪਿਆਸ ਲੱਗ ਜਾਂਦੀ ਹੈ ਨਾ ਸਾਧ ਸੰਗਤ, ਪਾਣੀ ਦੀ ਪਿਆਸ ਲੱਗੀ ਹੋਵੇ, ਟਿਕਾ ਕਿੱਥੇ ਆਉਂਦਾ ਜਦੋਂ ਤੱਕ ਪਾਣੀ ਨਾ ਮਿਲ ਜਾਏ। ਕਿਸੇ ਪਿਆਸੇ ਨੂੰ ਪੁੱਛ ਕੇ ਦੇਖੋ ਪਾਣੀ ਦੀ ਕੀਮਤ ਕੀ ਹੈ, ਉਹ ਆਪਣਾ ਆਪ ਕੁਰਬਾਨ ਕਰਨ ਤੱਕ ਜਾਏਗਾ ਪਾਣੀ ਦੀ ਖਾਤਰ। ਤੇ ਸਾਧ ਸੰਗਤ ਜਿਸ ਦੇ ਅੰਦਰ ਮਾਲਕ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਂਦੀ ਹੈ ਨਾ, ਫਿਰ ਉਹ ਜਦੋਂ ਤੱਕ ਉਹ ਮਾਲਕ ਦੇ ਦੀਦਾਰ ਨਾ ਕਰ ਲਵੇ, ਚੈਨ ਉਹਨੂੰ ਵੀ ਨਹੀਂ ਜੇ ਆਉਂਦਾ। ਆ ਕਿਨਕਾ ਏਕ ਜਿਸ ਜੀਵ ਵਸਾਵੇ ਵਾਲੀ ਜਿਹੜੀ ਗੱਲ ਹੈ ਨਾ ਸਾਧ ਸੰਗਤ, ਇਹ ਪਿਆਸੇ ਦੀ ਤਾਂ ਹੈ। ਉਹੀ ਤਾਂ ਵਾਰ-ਵਾਰ ਗੁਰੂ ਚਰਨਾਂ 'ਚ ਆਣ ਕੇ ਬੇਨਤੀਆਂ ਜੋਦੜੀਆਂ ਕਰਦਾ ਹੈ ਕਿ ਮਾਲਕ ਕਿਰਪਾ ਕਰਕੇ ਤੇ ਕਿਣਕਾ ਹੀ ਮਿਲ ਜਾਏ। ਹਿੱਕ ਭੋਰੀ, ਆ ਬਚਨ ਜਿਹੜਾ ਆਪਾਂ ਪੜ੍ਹ ਰਹੇ ਹਾਂ ਨਾ ਜੀ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀਆ, ਤਿਸ 10 ਪਿਆਰੇ ਸਿਰ ਧਰੀ ਉਤਾਰੇ। ਇੱਕ ਭੋਰੀ, ਥੋੜਾ ਜਿੰਨਾ, ਇੱਕ ਭੋਰੀ ਦਰਸ਼ਨ, ਕਹਿੰਦੇ ਥੋੜਾ ਜਿੰਨਾ ਹੀ ਮੈਨੂੰ ਆਪਣਾ ਦੀਦਾਰ ਦੇ, ਇੱਕ ਝਲਕੀ ਬਖਸ਼ ਦੇ।
ਬਸ ਉਹ ਝਲਕ ਵਾਸਤੇ ਤਰਸਦਾ ਹੈ ਜੀ, ਜਿਹਦੇ ਅੰਦਰ ਪਿਆਸ ਲੱਗ ਜਾਂਦੀ ਹੈ। ਤੇ ਸਾਧ ਸੰਗਤ, ਮੈਂ ਇੱਥੇ ਇੱਕ ਨਾ ਬੜੀ ਚੰਗੀ ਗੱਲ ਵੀ ਕਹਿ ਲਈਏ, ਇੱਕ ਆਪਾਂ ਕਿਉਂਕਿ ਐਗਜ਼ਾਮਪਲ ਲੈਣੀ ਹੈ ਤੇ ਉਹਨੂੰ ਆਤਮਿਕ ਜੀਵਨ ਦੇ ਨਾਲ ਉਹਨੂੰ ਜੋੜ ਕੇ ਦੇਖਣਾ ਹੈ ਕਿ ਜੇ ਮੇਰੇ ਅੰਦਰ ਪਿਆਸ ਲੱਗ ਗਈ ਹੈ ਤੇ ਕੀ ਇਸ ਤਰ੍ਹਾਂ ਮੈਂ ਕਰ ਰਿਹਾ। ਹੁਣ ਇੱਕ ਮੁੰਡਾ ਤੇ ਕੁੜੀ ਹੈ, ਮੁੰਡਾ ਕੁੜੀ ਨੂੰ ਪ੍ਰਪੋਜ਼ ਕਰਦਾ ਹੈ ਜੀ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਤੂੰ ਨਾ ਮਿਲੀ ਤੇ ਮੈਂ ਮਰ ਜਾਵਾਂਗਾ, ਉਹ ਕਰ ਦਿਆਂਗਾ, ਜੇ ਕਰ ਦਿਆਂਗਾ, ਮੈਂ ਤੇਰੇ ਵਾਸਤੇ ਇਹ ਵੀ ਕਰ ਸਕਦਾ, ਉਹ ਵੀ, ਮੈਂ ਬੜੇ ਬੜੇ ਵੱਡੀਆਂ ਗੱਲਾਂ ਜੀ, ਮੈਂ ਤਾਂ ਕਹੇ ਤਾਂ ਮੈਂ ਤਾਰੇ ਤੋੜ ਕੇ ਲਿਆ ਦਿਆਂ ਤੇਰੇ ਵਾਸਤੇ, ਹੈਨਾ ਜੀ। ਪਰ ਸਾਧ ਸੰਗਤ, ਇਹ ਪ੍ਰਪੋਜ਼ ਆਪਾਂ ਪ੍ਰਮਾਤਮਾ ਨੂੰ ਕਰਕੇ ਦੇਖੀਏ, ਕੀਤਾ ਹੈ ਕਿਸੇ ਨੇ? ਹੈਵ ਯੂ ਐਵਰ ਬੀਨ ਪ੍ਰਪੋਜ਼ ਟੂ ਗॉड? ਕੀਤਾ ਹੈ? ਮੇਰੇ ਖਿਆਲ 'ਚ ਨਹੀਂ, ਅਜੇ ਤੱਕ ਨਹੀਂ। ਕਿਉਂਕਿ ਜੇ ਕੀਤਾ ਹੁੰਦਾ ਨਾ, ਤੇ ਜਿਵੇਂ ਉਹ ਮੁੰਡਾ ਕਹਿ ਰਿਹਾ ਨਾ ਕੁੜੀ ਨੂੰ ਕਿ ਤੇਰੇ ਲਈ ਮੈਂ ਕੁਝ ਵੀ ਕਰ ਸਕਦਾ, ਤੂੰ ਬੋਲ ਸਹੀ, ਹਾਂ ਕਰ। ਤੇ ਸਾਧ ਸੰਗਤ, ਜੇ ਮਾਲਕ ਨੂੰ ਪ੍ਰਪੋਜ਼ ਕਰ ਦਈਏ ਤੇ ਫਿਰ ਮਾਲਕ ਵਾਸਤੇ ਆਪਾਂ ਪੁੱਛਾਂਗੇ, ਮਾਲਕ ਤੂੰ ਦੱਸ ਮੈਨੂੰ ਚਾਹੁੰਦਾ ਕੀ ਕਰਾਂ ਮੈਂ ਤੇਰੇ ਲਈ। ਅਮਰੀਕਾ ਦਾ ਨਾ 35th ਜਿਹੜਾ ਪ੍ਰੈਜ਼ੀਡੈਂਟ ਬਣਿਆ, ਕੈਨੇਡੀ, ਜੌਨ ਕੈਨੇਡੀ, 1961 ਦੇ ਵਿੱਚ, ਤੇ ਉਹਨੇ ਆਪਣੀ ਸਪੀਚ ਦਿੱਤੀ। ਸਪੀਚ ਉਹਦੇ ਵਿੱਚ ਉਹਨੇ ਪਤਾ ਕੀ ਕਿਹਾ? ਕਹਿੰਦਾ, ਆਸਕ ਨਾਟ what country can do for you। ਦੇਸ਼ ਨੂੰ ਇਹ ਨਾ ਕਹੋ ਕਿ ਦੇਸ਼ ਤੁਹਾਡੇ ਲਈ ਕੀ ਕਰ ਸਕਦਾ ਹੈ, ਸਗੋਂ ਇਹ ਕਹੋ ਆਸਕ what you can do for country। ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ। ਰੱਬ ਨੂੰ ਇਹ ਨਾ ਕਹੋ ਕਿ ਰੱਬਾ ਤੂੰ ਮੇਰੇ ਲਈ ਕੀ ਕਰ ਸਕਦਾ ਹੈ, ਰੱਬ ਨੂੰ ਇਹ ਕਹੋ ਕਿ ਰੱਬਾ ਮੈਂ ਤੇਰੇ ਲਈ ਕੀ ਕਰ ਸਕਦਾ। ਮਿਲਾਪ, ਫਰਕ ਹੈ ਨਾ ਜੀ, ਲਫ਼ਜ਼ਾਂ ਦਾ ਫਰਕ ਹੈ। ਪ੍ਰਪੋਜ਼ ਕਰਕੇ ਦੇਖੋ ਰੱਬ ਨੂੰ, ਤੇ ਜਦੋਂ ਪ੍ਰਪੋਜ਼ ਕਰਨਾ ਨਾ, ਤੇ ਇਹ ਜਿਹੜਾ ਮੁੰਡਾ ਕਹਿੰਦਾ ਪਿਆ ਨਾ ਕੁੜੀ ਨੂੰ, ਇਹਨਾਂ ਗੱਲਾਂ ਨੂੰ ਧਿਆਨ 'ਚ ਜ਼ਰੂਰ ਰੱਖਿਓ। ਕੀ ਕਰ ਸਕਦਾ ਮੈਂ ਤੇਰੇ ਲਈ, ਦੱਸ ਕਿਵੇਂ ਤੂੰ ਮਿਲੇਂਗੀ ਮੈਨੂੰ। ਤੇ ਮਾਲਕ ਨੂੰ ਵੀ ਇਹੀ ਗੱਲ ਕਹੀਏ ਨਾ ਆਪਾਂ, ਮਾਲਕ ਕਿਵੇਂ ਮਿਲੇਗਾ ਤੂੰ ਮੈਨੂੰ, ਕੀ ਕਰਾਂ ਮੈਂ ਤੈਨੂੰ ਪਾਉਣ ਦੇ ਲਈ, ਕੀ ਕਰਨਾ ਪਏਗਾ ਮੈਨੂੰ। ਤੇ ਸਾਧ ਸੰਗਤ, ਜਦੋਂ ਇਹ ਸਵਾਲ ਕਰ ਦਿੱਤੇ ਨਾ ਉਸ ਮਾਲਕ ਨੂੰ, ਤੇ ਜਵਾਬ ਮਿਲੇਗਾ। ਫਿਰ ਗੁਰੂ ਜਵਾਬ ਦੇਗਾ, ਗੁਰੂ ਕਹੇਗਾ ਉਹ ਗੱਲ, ਉਹ ਕੰਮ ਕਰਨਾ। ਹੁਣ ਮੁੰਡਾ ਉਹੀ ਕੁਝ ਕਰੇਗਾ ਨਾ ਜਿਹੜਾ ਕੁੜੀ ਨੂੰ ਚੰਗਾ ਲੱਗੇਗਾ, ਤੇ ਜਿਹਦੇ ਅੰਦਰ ਪਿਆਸ ਲੱਗ ਗਈ ਨਾ ਉਹਨੂੰ ਪਾਉਣ ਦੀ, ਜਿਹਨੇ ਰੱਬ ਨੂੰ ਪ੍ਰਪੋਜ਼ ਕਰ ਦਿੱਤਾ, ਉਹ ਉਹੀ ਕੁਝ ਕਰੇਗਾ ਜਿਹੜਾ ਉਸ ਮਾਲਕ ਨੂੰ ਚੰਗਾ ਲੱਗੇਗਾ। ਬਸ ਇਹ ਇੰਨੀ ਕੁ ਗੱਲ ਜਿਹੜੀ ਹੈ ਨਾ, ਆਪਾਂ ਸਿੱਖਿਆ ਲੈ ਕੇ, ਚਲੋ ਹੋ ਸਕਦਾ ਹੈ ਕਿ ਕਈਆਂ ਨੂੰ ਇਹ ਐਗਜ਼ਾਮਪਲ ਚੰਗੀ ਨਾ ਲੱਗੇ, ਮੈਂ ਐਗਜ਼ਾਮਪਲ ਲੈ ਲਈ, ਪਰ ਸਾਧ ਸੰਗਤ ਜੇਕਰ ਕੋਈ ਚੰਗਾ ਗੁਣ ਉਸ ਐਗਜ਼ਾਮਪਲ ਦੇ ਵਿੱਚੋਂ ਮਿਲਦਾ ਹੈ ਨਾ, ਸਾਨੂੰ ਲੈ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਵਾਰ-ਵਾਰ ਸਾਨੂੰ ਬਾਣੀ 'ਚ ਸਮਝਾਉਂਦੇ ਨੇ, ਕਹਿੰਦੇ ਤੂੰ ਮਾਲਕ ਨੂੰ ਯਾਦ ਕਰ, ਉਹ ਮਿਲੇਗਾ ਜ਼ਰੂਰ। ਐਦਾਂ ਨਹੀਂ ਹੋ ਸਕਦਾ ਕਿ ਉਹ ਮਿਲੇ ਨਾ। ਹਾਂ, ਇਹ ਜ਼ਰੂਰ ਹੈ, ਕਦੇ ਪਾਣੀ ਹੈ ਨਾ, ਜਿਹੜਾ ਪਾਣੀ ਵਿਛੜਦਾ ਹੈ ਨਾ ਸਮੁੰਦਰ ਦੇ ਕੋਲੋਂ, ਤੇ ਵਿਛੜ ਕੇ ਉਹ ਮਿਲਣਾ ਚਾਹੁੰਦਾ ਹੈ ਜੀ, ਫਿਰ ਸਮੁੰਦਰ ਦੇ ਵਿੱਚ ਪਾਣੀ ਸੈਪਰੇਟ ਹੋਇਆ ਜੀ ਸਮੁੰਦਰ ਦੇ ਕੋਲੋਂ, ਇਵੈਪੋਰੇਟ ਹੋ ਕੇ, ਉਹ ਫਿਰ ਸਮੁੰਦਰ 'ਚ ਮਿਲਣਾ ਚਾਹੁੰਦਾ ਹੈ। ਤੇ ਸਮੁੰਦਰ ਦੇ ਵਿੱਚ ਮਿਲਣ ਦੇ ਲਈ ਨਾ ਬੜੀਆਂ ਰੁਕਾਵਟਾਂ ਆਉਂਦੀਆਂ ਨੇ ਉਹਦੇ ਅੱਗੇ, ਪਰ ਉਹ ਰੁਕਦਾ ਨਹੀਂ ਹੈ। ਬਾਰਿਸ਼, ਕਈ ਦਿਨਾਂ ਤੋਂ ਥੋੜੀ ਥੋੜੀ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਨਾ, ਬਾਰਿਸ਼ ਦਾ ਪਾਣੀ ਕਿੱਥੋਂ ਆ ਰਿਹਾ ਹੈ? ਕੀ ਉੱਤੇ ਕੋਈ ਪ੍ਰਮਾਤਮਾ ਨੇ ਟਿਊਬਵੈਲ ਲਗਾਇਆ ਹੋਇਆ ਹੈ ਕਿ ਜਦੋਂ ਮੀਂਹ ਪਾਉਣਾ ਹੁੰਦਾ ਇਸ ਵਿੱਚ ਆਨ ਕਰ ਦਿੰਦਾ ਤੇ ਮੀਂਹ ਪੈ ਜਾਂਦਾ ਹੈ? ਇਹ ਥੱਲਿਓਂ ਹੀ ਪਾਣੀ ਜਿਹੜਾ ਇਵੈਪੋਰੇਟ ਹੋ ਕੇ ਉੱਪਰ ਗਿਆ, ਤੇ ਉਹ ਬਾਰਿਸ਼ ਦੇ ਰੂਪ ਵਿੱਚ ਫਿਰ ਥੱਲੇ ਆਉਂਦਾ ਹੈ। ਉਹ ਵਿਛੜਿਆ ਹੈ ਨਾ ਪਾਣੀ, ਜਿਹੜਾ ਫਿਰ ਬਾਰਿਸ਼ ਬਣ ਕੇ ਇਸ ਧਰਤੀ ਦੇ ਉੱਤੇ ਡਿੱਗਦਾ ਹੈ। ਤੇ ਜਦੋਂ ਉਹ ਪਾਣੀ ਡਿੱਗਦਾ ਹੈ ਨਾ, ਇਕੱਠਾ ਹੋ ਕੇ ਫਿਰ ਨੀਵੇਂ ਪਾਸੇ ਵਹਿਣਾ ਸ਼ੁਰੂ ਹੋ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇਹ ਬੜੀ ਪਿਆਰੀ ਐਗਜ਼ਾਮਪਲ ਦਿੱਤੀ ਹੈ ਉਹਨਾਂ ਦੇ ਲਈ ਜਿਨ੍ਹਾਂ ਦੇ ਅੰਦਰ ਪਿਆਸ ਲੱਗੀ ਹੈ। ਕਈ ਵਾਰੀ ਹੁੰਦਾ ਨਾ ਕਿ ਰੱਬ ਨੂੰ ਪਾਉਣਾ ਬੜਾ ਔਖਾ, ਸਾਧ ਸੰਗਤ ਔਖਾ ਨਹੀਂ ਹੈ। ਔਖਾ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਕਦਮ ਅੱਗੇ ਨਹੀਂ ਵਧਾਉਂਦੇ। ਜਿਸ ਦਿਨ ਇੱਕ ਕਦਮ ਅੱਗੇ ਵਧਾ ਦਿੱਤਾ ਨਾ, ਉਸ ਦਿਨ ਇਹ ਔਖਾ ਨਹੀਂ ਰਹਿਣਾ, ਇਹਨੇ ਬੜਾ ਈਜ਼ੀ ਹੋ ਜਾਣਾ ਹੈ। ਕਿਉਂ ਈਜ਼ੀ ਹੋ ਜਾਣਾ ਹੈ? ਕਿਉਂਕਿ ਜਿਸ ਨੂੰ ਮਿਲਣ ਵਾਸਤੇ ਤੁਰਨਾ ਹੈ ਨਾ ਆਪਾਂ, ਉਸਨੇ ਅੱਗੇ ਰੁਕਾਵਟ ਰਹਿਣ ਕੋਈ ਨਹੀਂ ਦੇਣੀ। ਹਾਂ, ਇਮਤਿਹਾਨ ਜ਼ਰੂਰ ਆਉਣਗੇ, ਐਗਜ਼ਾਮ ਜ਼ਰੂਰ ਆਉਣਗੇ, ਪਰ ਜਿਸ ਨੂੰ ਮਿਲਣ ਵਾਸਤੇ ਨਿਕਲੇ ਆ ਨਾ, ਉਹ ਮਾਲਕ ਉਹਨਾਂ ਸਾਰੇ ਇਮਤਿਹਾਨਾਂ ਦੇ ਵਿੱਚੋਂ ਤੁਹਾਨੂੰ ਪਾਸ ਕਰਾਏਗਾ, ਜੇਕਰ ਤੁਹਾਡੇ ਅੰਦਰ ਡੈਡੀਕੇਸ਼ਨ ਹੈ ਉਸ ਨੂੰ ਮਿਲਣ ਵਾਸਤੇ। ਪਾਣੀ ਚੱਲਦਾ ਹੈ ਜੀ ਨਿਮਾਣ ਵੱਲ ਇਕੱਠਾ ਹੋ ਕੇ,
ਅੱਗੇ ਪੱਥਰ ਵੀ ਆਉਂਦੇ ਨੇ, ਚਟਾਨਾਂ ਵੀ ਆਉਂਦੀਆਂ ਨੇ। ਕਿ ਉਹ ਚਟਾਨਾਂ, ਉਹ ਪੱਥਰ ਉਸ ਪਾਣੀ ਦਾ ਰਾਹ ਰੋਕ ਸਕਦੇ ਨੇ, ਉਸ ਨੂੰ ਅੱਗੇ ਵਧਣ ਤੋਂ ਰੋਕ ਲੈਂਦੇ ਨੇ? ਮੈਂ ਡੈਮ ਦੀ ਗੱਲ ਨਹੀਂ ਜੇ ਕਰ ਰਿਹਾ, ਫਿਰ ਤੁਸੀਂ ਕਹੋ ਜੀ ਡੈਮ ਬਣਾ ਦਿੱਤੇ ਕਿਹੜੇ ਪਾਣੀ ਰੋਕਣ ਵਾਸਤੇ। ਪਰ ਉਸ ਡੈਮ ਦੀ ਵੀ ਕੈਪੈਸਿਟੀ ਹੁੰਦੀ ਹੈ, ਕਿੰਨਾ ਕੁ ਪਾਣੀ ਉਹ ਰੋਕ ਸਕਦਾ ਹੈ। ਉਸ ਕੈਪੈਸਿਟੀ ਤੋਂ ਵੱਧ ਕੇ ਉਹ ਪਾਣੀ ਨਹੀਂ ਰੋਕ ਸਕਦਾ। ਤੇ ਜੇ ਉਹ ਮਾਲਕ ਚਾਹੇ ਨਾ, ਮਾਲਕ ਚਾਹੇ ਤੇ ਡੈਮ ਦੇ ਵੀ ਵੱਸ ਦੀ ਗੱਲ ਨਹੀਂ ਰਹੇਗੀ ਉਸ ਪਾਣੀ ਨੂੰ ਰੋਕਣਾ। ਜਿੱਡੇ ਮਰਜ਼ੀ ਵੱਡੇ ਆਪਾਂ ਡੈਮ ਖੜੇ ਕਰ ਦਈਏ, ਉਹ ਪਾਣੀ ਰੋਕ ਨਹੀਂ ਸਕੇਗਾ ਜੇ ਮਾਲਕ ਦੀ ਮਰਜ਼ੀ ਹੋ ਜਾਏ। ਤੇ ਯਾਦ ਕਰ ਲਓ, ਪਿੱਛੇ ਪਾਸਟ ਦੇਖ ਲਓ, ਕਿਤੇ ਸੁਨਾਮੀ ਜਾਪਾਨ ਦੇ ਵਿੱਚ ਜਿਹੜੀ ਆਈ ਸੀ, ਕੀ ਕੁਛ ਹੋਇਆ ਉੱਥੇ। ਸੋ ਕਹਿਣ ਦਾ ਭਾਵ ਕਿ ਕਈ ਰੁਕਾਵਟਾਂ ਪਾਣੀ ਦੇ ਅੱਗੇ ਆਉਂਦੀਆਂ ਨੇ, ਪਰ ਉਹ ਰੁਕਾਵਟਾਂ ਪਾਣੀ ਨੂੰ ਰੋਕ ਨਹੀਂ ਪਾਉਂਦੀਆਂ। ਪਾਣੀ ਅੱਗੇ ਵੱਧਦਾ ਜਾਂਦਾ ਹੈ, ਪੱਥਰ ਨੂੰ ਚੀਰ ਕੇ ਅੱਗੇ ਲੰਘ ਜਾਂਦਾ ਹੈ, ਚਟਾਨ ਨੂੰ ਤੋੜ ਕੇ ਅੱਗੇ ਲੰਘ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਭਲਿਆ ਜੇਕਰ ਤੇਰੇ ਅੰਦਰ ਐਸੀ ਪਿਆਸ ਲੱਗ ਗਈ ਹੈ ਨਾ ਆਪਣੇ ਮਾਲਕ ਨੂੰ ਮਿਲਣ ਵਾਸਤੇ, ਕੈਸੀ ਵੀ ਰੁਕਾਵਟ ਕਿਉਂ ਨਾ ਜੀਵਨ ਦੇ ਵਿੱਚ ਆ ਜਾਏ, ਉਹ ਰੁਕਾਵਟ ਤੈਨੂੰ ਭਟਕਾ ਨਹੀਂ ਸਕਦੀ, ਰੋਕ ਨਹੀਂ ਸਕਦੀ। ਪਰ ਸ਼ਰਤ ਇਹ ਹੈ ਕਿ ਤੂੰ ਪੂਰਨ ਤੌਰ ਤੇ ਡੈਡੀਕੇਟ ਹੋਵੇਂ ਮਿਲਣ ਵਾਸਤੇ। ਤੇ ਜਿਸ ਦਿਨ ਹੋ ਗਿਆ, ਮਾਲਕ ਜੀ ਕਹਿੰਦੇ ਫਿਰ ਤੂੰ ਮਿਲੇਗਾ ਜ਼ਰੂਰ। ਜਿਸ ਦੇ ਅੰਦਰ ਪਿਆਸ ਲੱਗ ਗਈ ਹੈ ਨਾ ਜੀ ਮਿਲਣ ਦੀ, ਉਹਨੂੰ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਕਹਿੰਦੇ ਪਏ ਨੇ। ਕੀ ਕਹਿ ਰਹੇ ਨੇ? ਕਹਿੰਦੇ ਨਾਣੈ ਰਵਤ ਰਹਿ ਘਟ ਅੰਤਰ, ਅੰਦਰ ਪ੍ਰਗਟ ਹੋ ਜਾਣਾ ਮਾਲਕ। ਮੈਂ ਪਹਿਲਾਂ ਬੇਨਤੀ ਕੀਤੀ ਕਿ ਪਰਪਸ ਦਾ ਪਤਾ ਲੱਗਣਾ, ਫਿਰ ਪਿਆਸ। ਇਹਦਾ ਭਾਵ ਇਹ ਹੈ ਕਿ ਜਦੋਂ ਪਿਆਸ ਲੱਗੇਗੀ ਨਾ, ਇਨਸਾਨ ਫਿਰ ਕੋਸ਼ਿਸ਼ ਕਰਦਾ ਹੈ ਉਹਨੂੰ ਮਿਲਣ ਵਾਸਤੇ, ਪਾਣੀ ਦੀ ਤਲਾਸ਼ ਕਰੇਗਾ, ਭਟਕਦਾ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਸੂਹੀ ਰਾਗ ਦੇ ਵਿੱਚ ਕਿਹਾ ਹੈ। ਪਤਾ ਕੀ ਕਹਿੰਦੇ ਨੇ? ਕਹਿੰਦੇ ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੈ ਜਾਈ, ਸੁਣਤ ਸੰਦੇਸਰੋ ਪ੍ਰੈ ਗ੍ਰਹਿ ਸੇਜ ਵਿਛਾਈ। ਕਹਿੰਦੇ ਮੈਂ ਉਸ ਨੂੰ ਮਿਲਣ ਵਾਸਤੇ ਉਮਕਿਓ, ਉਮਕ ਦਾ ਮਤਲਬ ਹੁੰਦਾ ਜੀ ਅੰਦਰ ਉਛਾਲਾ ਵੱਜਣਾ। ਏਦਾਂ ਕਹਿ ਲਈ ਕਿ ਪਿਆਸ ਲੱਗਣੀ ਕਿ ਮੈਂ ਮਿਲਾਂ। ਕਹਿੰਦੇ ਉਹ ਮੇਰੇ ਅੰਦਰ ਉਛਾਲਾ ਵੱਜਾ ਹੈ ਕਿ ਮੈਂ ਮਿਲਾਂ ਉਸ ਮਾਲਕ ਨੂੰ। ਤੇ ਫਿਰ ਉਹਨੂੰ ਮਿਲਣ ਵਾਸਤੇ ਮੈਂ ਘਰੋਂ ਤੁਰ ਪਿਆ। ਪਰ ਯਾਦ ਰਹੇ ਸਾਧ ਸੰਗਤ, ਸਟਾਰਟਿੰਗ ਦੇ ਵਿੱਚ ਇਹ ਲੱਗ ਸਕਦਾ ਹੈ ਕਿ ਸ਼ਾਇਦ ਰੱਬ ਕਿਤੇ ਮੈਨੂੰ ਕਿਤੋਂ ਬਾਹਰੋਂ ਕਿਤੋਂ ਮਿਲ ਜਾਏਗਾ। ਪਰ ਸਤਿਗੁਰੂ ਜੀ ਕਹਿੰਦੇ ਬਾਹਰੋਂ ਕਿਤੋਂ ਨਹੀਂ ਮਿਲਣਾ। ਬਾਹਰ ਸਿਰਫ ਗੁਰੂ ਅਰਜਨ ਸਾਹਿਬ ਨੇ ਵੀ ਉੱਥੇ ਕਿਹਾ, ਕਹਿੰਦੇ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ। ਮੈਂ ਭਟਕ ਕੇ ਵਾਪਸ ਆ ਗਿਆ। ਕਿਉਂ ਭਟਕ ਕੇ ਵਾਪਸ ਕਿਉਂ ਆ ਗਿਆ? ਕਿਉਂਕਿ ਬਾਹਰੋਂ ਕਿਤੋਂ ਮਿਲਿਆ ਹੀ ਨਹੀਂ ਮੈਨੂੰ। ਮੈਂ ਸੋਚਿਆ ਸੀ ਸ਼ਾਇਦ ਕਿਤੋਂ ਬਾਹਰੋਂ ਮਿਲੇਗਾ। ਜਿਵੇਂ ਉਹ ਮੈਂ ਆਰੰਭ ਦੇ ਵਿੱਚ ਘਟਨਾ ਦਾ ਜ਼ਿਕਰ ਕੀਤਾ ਨਾ ਇਤਿਹਾਸ ਦੀ, ਉਹ ਸਿੱਖ ਕਹਿੰਦਾ ਮੈਂ ਸੰਨਿਆਸੀ ਬਣ ਲੱਗਾ ਕਿਉਂਕਿ ਰੱਬ ਨੂੰ ਪਾਉਣਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਐਵੇਂ ਰੱਬ ਨਹੀਂ ਮਿਲਦਾ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਭਟਕਣਾ ਸ਼ੁਰੂ ਕਰ ਦਿੱਤੀ, ਮੇਰੇ ਅੰਦਰ ਭਟਕਣਾ ਲੱਗ ਗਈ, ਉਸ ਨੂੰ ਮਿਲਣ ਵਾਸਤੇ ਮੈਂ ਤੁਰ ਪਿਆ ਘਰੋਂ। ਪਰ ਭਟਕ ਕੇ ਵਾਪਸ ਆ ਗਿਆ। ਕਿਉਂ ਵਾਪਸ ਆ ਗਿਆ? ਕਿਉਂਕਿ ਬਾਹਰੋਂ ਕਿਤੋਂ ਮਿਲਿਆ ਹੀ ਨਹੀਂ ਮੈਨੂੰ ਉਹ। ਤੇ ਫਿਰ ਕਿੱਥੋਂ ਮਿਲੇਗਾ? ਕਿੱਥੇ ਹੈ ਉਸ ਮਾਲਕ ਦਾ ਟਿਕਾਣਾ? ਤੇ ਸਤਿਗੁਰੂ ਜੀ ਕਹਿੰਦੇ ਤੂੰ ਇੱਥੇ ਆ, ਦਰ ਤੇ ਝੁਕ, ਮਾਲਕ ਤੈਨੂੰ ਦੱਸੇਗਾ ਕਿ ਉਹ ਟਿਕਾਣਾ ਕਿੱਥੇ ਹੈ। ਗੁਰੂ ਤੈਨੂੰ ਦੱਸੇਗਾ ਕਿ ਉਹ ਟਿਕਾਣਾ ਕਿੱਥੇ ਹੈ। ਬਚਨ ਦੀਆਂ ਅੰਤਲੀਆਂ ਪੰਕਤੀਆਂ ਪੜੋ, ਜਿਹੜਾ ਸੁਣ ਯਾਰ ਹਮਾਰੇ ਸੱਜਣ ਵਾਲਾ ਸ਼ਬਦ ਹੈ ਨਾ, ਜਿਹੜਾ ਇਸ ਪਹਿਲੇ ਪਦੇ ਦੀਆਂ ਜਿਹੜੀਆਂ ਅੰਤਲੀਆਂ ਪੰਕਤੀਆਂ ਨੇ, ਉੱਥੇ ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਨੈਣ ਹਮਾਰੇ ਪਰੇ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀਜੈ, ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤੇ ਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ। ਜਦੋਂ ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ, ਫਿਰ ਕੀ ਹੋਇਆ? ਕਹਿੰਦੇ ਸਗਲੀ ਤਿਖਾ ਬੁਝੰਤੀਆ, ਜਿਹੜੀ ਅੰਦਰ ਪਿਆਸ ਲੱਗੀ ਹੋਈ ਸੀ ਨਾ, ਉਹ ਬੁਝ ਗਈ। ਕਿਉਂ ਬੁਝ ਗਈ? ਕਿਉਂਕਿ ਗੁਰੂ ਨੇ ਮੈਨੂੰ ਉਹਦੇ ਨਾਲ ਜੋੜ ਦਿੱਤਾ, ਉਹਦੇ ਨਾਲ ਮਿਲਾ ਦਿੱਤਾ। ਉਹਨੇ ਦੱਸ ਦਿੱਤਾ ਕਿ ਉਹ ਮਾਲਕ ਮਿਲਣਾ ਕਿਵੇਂ ਆ, ਉਹ ਹੈ ਕਿੱਥੇ, ਬਾਹਰ ਨਹੀਂ ਹੈ। ਗੁਰੂ ਨੇ ਦੱਸਿਆ ਮੈਨੂੰ ਕਿ ਉਹ ਤੇਰੇ ਅੰਦਰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਉਹ ਅੰਦਰ ਬੈਠਾ ਹੋਇਆ ਹੈ। ਮਾਲਕ ਬਾਹਰ ਥੋੜੀ ਨੇ। ਜਿਵੇਂ ਇੱਕ ਹਿਰਨ ਹੈ ਨਾ ਜੀ, ਹਿਰਨ ਡੀਅਰ, ਉਹ ਬਾਹਰ ਭਟਕਦਾ ਹੈ ਪਾਣੀ ਦੀ ਤਲਾਸ਼ ਦੇ ਵਿੱਚ, ਭਟਕਦਾ ਹੈ ਉਹ। ਜਦੋਂ ਉਹਦੇ ਅੰਦਰ ਕਸਤੂਰੀ ਫੁੱਟਦੀ ਹੈ ਨਾ, ਸੁਗੰਧੀ, ਤੇ ਉਹਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਇਹ ਸੁਗੰਧੀ, ਇਹ ਸਮੈਲ ਜਿਹੜੀ ਨਾ ਬਾਹਰੋਂ ਕਿਤੋਂ ਆ ਰਹੀ ਹੈ।
ਉਸ ਨੂੰ ਨਹੀਂ ਪਤਾ ਕਿ ਜਿਸ ਸਮੈਲ ਨੂੰ, ਜਿਸ ਸੁਗੰਧੀ ਨੂੰ ਉਹ ਬਾਹਰੋਂ ਲੱਭਦਾ ਫਿਰਦਾ ਹੈ ਨਾ, ਉਹ ਉਹਦੇ ਅੰਦਰ ਹੀ ਹੈ। ਉਹ ਹਿਰਨ ਵਾਲੀ ਭਟਕਣਾ ਜੀ ਸਾਡੇ ਅੰਦਰ ਬਣੀ ਪਈ ਹੈ ਜੀ। ਪ੍ਰਮਾਤਮਾ ਰੂਪੀ ਸੁਗੰਧੀ ਸਾਡੇ ਅੰਦਰ ਹੈ, ਲੱਭ ਅਸੀਂ ਬਾਹਰ ਰਹੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਤੂੰ ਅੰਦਰ ਜਾ, ਆਪਣੇ ਅੰਦਰ ਨੂੰ ਖੋਜ। ਜਦੋਂ ਤੂੰ ਅੰਦਰ ਨੂੰ ਖੋਜਣਾ ਸ਼ੁਰੂ ਕੀਤਾ ਨਾ, ਉਹ ਮਾਲਕ ਜ਼ਰੂਰ ਮਿਲੇਗਾ, ਇਹਦੇ ਵਿੱਚ ਸ਼ੱਕ ਕੋਈ ਨਹੀਂ, ਮਿਲੇਗਾ ਤੈਨੂੰ ਅੰਦਰੋਂ। ਪਰ ਸ਼ਰਤ ਕੀ ਹੈ ਕਿ ਤੂੰ ਆਪਣੇ ਬਾਹਰ ਦੀ ਭਟਕਣਾ ਛੱਡ ਕੇ ਅੰਦਰ ਨੂੰ ਖੋਜਣਾ ਸ਼ੁਰੂ ਕਰ ਦੇ। ਜਿਸ ਦਿਨ ਤੂੰ ਅੰਦਰ ਚਲਾ ਗਿਆ ਨਾ, ਮਾਲਕ ਤੈਨੂੰ ਮਿਲ ਜਾਏਗਾ। ਦੂਜੀ ਗੱਲ ਕੀ ਹੈ, ਜਦੋਂ ਉਹ ਅੰਦਰੋਂ ਪ੍ਰਗਟ ਹੋ ਗਿਆ ਨਾ, ਨਾਨੈ ਰਵਤ ਰਹਿ ਘਟ ਅੰਤਰ, ਪ੍ਰਗਟ ਹੋ ਜਾਣਾ। ਜਦੋਂ ਅੰਦਰੋਂ ਪ੍ਰਗਟ ਹੋ ਗਿਆ, ਫਿਰ ਜਿੱਧਰ ਵੀ ਤੂੰ ਦੇਖੇਗਾ ਤੈਨੂੰ ਮਾਲਕ ਹੀ ਨਜ਼ਰ ਆਉਣਾ ਹੈ। ਜਿਸ ਤਰਫ ਵੀ ਦੇਖੇਗਾ ਤੈਨੂੰ ਮਾਲਕ ਹੀ ਨਜ਼ਰ ਆਉਣਾ ਹੈ, ਉਸ ਤੋਂ ਇਲਾਵਾ ਨਜ਼ਰ ਹੀ ਕੁਝ ਨਹੀਂ ਆਣਾ। ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ ਜੀ, ਆਨੰਦ ਸਾਹਿਬ, ਉਹਦੇ ਵਿੱਚ ਕੀ ਕਿਹਾ ਗੁਰੂ ਸਾਹਿਬ ਜੀ ਨੇ? ਜਦੋਂ ਅੱਖਾਂ ਦਾ ਜ਼ਿਕਰ ਚੱਲਿਆ ਤੇ ਕੀ ਕਹਿ ਦਿੱਤੀ ਗੱਲ ਗੁਰੂ ਅਮਰਦਾਸ ਜੀ ਨੇ? ਕਹਿੰਦੇ ਇਹ ਨੇਤਰੋ ਮੇਰੇ ਹੋ ਹਰ ਤੁਮਹਿ ਜੋਤ, ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਸਤਿਗੁਰੂ ਜੀ ਕਹਿੰਦੇ ਇਸ ਅੱਖਾਂ ਦੇ ਵਿੱਚ ਮਾਲਕ ਨੇ ਆਪਣੀ ਲਾਈਟ, ਆਪਣੀ ਜੋਤ ਰੱਖੀ ਹੋਈ ਹੈ, ਤੇ ਇਹਨਾਂ ਦੇ ਨਾਲ ਉਸ ਮਾਲਕ ਨੂੰ ਦੇਖਣਾ ਹੈ, ਉਸ ਤੋਂ ਇਲਾਵਾ ਹੋਰ ਨਜ਼ਰ ਨਹੀਂ ਕੋਈ ਆਉਣਾ ਚਾਹੀਦਾ। ਤੇ ਫਿਰ ਕਦੇ ਰੁਕ ਕੇ ਇੱਥੇ ਸੋਚਿਓ ਕਿ ਇਦਾਂ ਹੋ ਕਿਵੇਂ ਸਕਦਾ ਹੈ ਕਿ ਇਹਨਾਂ ਅੱਖਾਂ ਦੇ ਨਾਲ ਮੈਂ ਮਾਲਕ ਤੋਂ ਇਲਾਵਾ ਦੇਖਾਂ ਕਿਸੇ ਨੂੰ ਨਾ। ਸਾਧ ਸੰਗਤ ਹੋ ਸਕਦਾ ਹੈ ਜਿਸ ਦਿਨ ਅੰਦਰੋਂ ਪ੍ਰਗਟ ਹੋ ਗਿਆ ਨਾ ਮਾਲਕ, ਉਸ ਦਿਨ ਫਿਰ ਜਹ ਜਹ ਪੇਖੋਂ ਤਹ ਹਜ਼ੂਰ ਦੂਰ ਕਤੋਂ ਨਾ ਜਾਏ। ਫਿਰ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਫਿਰ ਸਾਰਿਆਂ ਦੇ ਵਿੱਚੋਂ ਉਹ ਮਾਲਕ, ਕੋਈ ਬਗਾਨਾ ਨਜ਼ਰ ਨਹੀਂ ਆਏਗਾ, ਕੋਈ ਦੁਸ਼ਮਣ ਨਜ਼ਰ ਨਹੀਂ ਆਏਗਾ, ਕੋਈ ਪਰਾਇਆ ਨਹੀਂ ਰਹੇਗਾ ਨਜ਼ਰ ਦੇ ਵਿੱਚ, ਕਿਉਂਕਿ ਹੁਣ ਸਾਰੇ ਪਾਸੇ ਹੀ ਉਹ ਮਾਲਕ ਨਜ਼ਰ ਆਉਂਦਾ ਪਿਆ। ਉਸ ਤੋਂ ਇਲਾਵਾ ਹੈ ਹੀ ਕੋਈ ਨਹੀਂ। ਜਿੱਧਰ ਵੀ ਦੇਖਦਾ ਉਧਰ ਹੀ ਮਾਲਕ। ਤੇ ਇਹੀ ਤਾਂ ਪਰਮਾਤਮਾ ਨੂੰ ਪਾਉਣਾ ਹੈ ਜੀ, ਇਹੀ ਤਾਂ ਉਹਦੇ ਨਾਲ ਮਰਜ ਹੋਣਾ ਹੈ। ਹੋਰ ਇਹ ਥੋੜੀ ਨਾ ਹੈ ਕਿ ਜੀ ਪਰਮਾਤਮਾ ਸਾਹਮਣੇ ਆਏਗਾ ਸਾਡੇ, ਖੜਾ ਹੋ ਕੇ ਕਹੇਗਾ ਆ ਜਾ ਮੇਰੇ ਨਾਲ ਮਿਲ ਪਾ, ਮੇਰੇ ਚ ਮਰਜ ਹੋ ਜਾ। ਏਦਾਂ ਨਹੀਂ ਮਾਲਕ ਨੇ। ਜਦੋਂ ਅੰਦਰੋਂ ਖੋਜਾਂਗੇ ਨਾ, ਉਹ ਮਿਲੇਗਾ। ਤੇ ਉਹਦਾ ਅੰਦਰੋਂ ਮਿਲ ਜਾਣਾ, ਅੰਦਰੋਂ ਪ੍ਰਗਟ ਹੋ ਜਾਣਾ ਹੀ ਉਹਦੇ ਨਾਲ ਮਰਜ ਹੋਣਾ ਹੈ। ਹਰ ਪਾਸੇ ਉਹਨੂੰ ਮਹਿਸੂਸ ਕਰਨਾ, ਉਹਨੂੰ ਫੀਲ ਕਰਨਾ ਹੀ ਉਸ ਮਾਲਕ ਦਾ ਰੂਪ ਹੋ ਜਾਣਾ ਹੈ। ਭਾਈ ਕਨ੍ਹਈਆ ਜੀ ਕਰਦੇ ਪਏ ਨੇ ਨਾ, ਭਾਈ ਨੰਦ ਲਾਲ ਜੀ ਕਰਦੇ ਪਏ ਨੇ ਨਾ। ਜਿੱਧਰ ਦੇਖਦੇ ਨੇ ਗੁਰੂ ਤੋਂ ਇਲਾਵਾ ਉਹਨਾਂ ਨੂੰ ਨਜ਼ਰ ਹੀ ਕੋਈ ਨਹੀਂ ਆਉਂਦਾ। ਜਿੱਥੇ ਵੀ ਨਜ਼ਰ ਪੈਂਦੀ ਹੈ ਗੁਰੂ ਦਾ ਰੂਪ ਹੀ ਨਜ਼ਰ ਆਉਂਦਾ ਹੈ। ਸਤਿਗੁਰੂ ਜੀ ਹੈ, ਭਾਈ ਕਨ੍ਹਈਆ ਜੀ ਤਾਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਨੇ। ਭਾਈ ਕਨ੍ਹਈਆ ਜੀ ਇਹ ਸੱਚ ਬੋਲਦੇ ਨੇ। ਸਤਿਗੁਰੂ ਜੀ ਮੈਨੂੰ ਨਹੀਂ ਪਤਾ ਕੌਣ ਦੁਸ਼ਮਣ ਕੌਣ ਮਿੱਤਰ, ਮੈਨੂੰ ਤਾਂ ਜਿਹੜਾ ਵੀ ਅੱਗੇ ਬੁੱਕ ਕਰਦਾ ਨਾ ਪਾਣੀ ਪੀਣ ਵਾਸਤੇ, ਮੈਨੂੰ ਤੁਹਾਡਾ ਹੀ ਚਿਹਰਾ ਨਜ਼ਰ ਆਉਂਦਾ ਹੈ। ਕਿਵੇਂ ਆਉਣ ਲੱਗ ਪਿਆ? ਅੰਦਰ ਨੂੰ ਖੋਜਿਆ ਹੈ ਉਹਨਾਂ ਨੇ। ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਉਹਦੀ ਕਮਾਈ ਕੀਤੀ ਹੈ। ਤੇ ਜਦੋਂ ਸ਼ਬਦ ਨੂੰ ਕਮਾਇਆ ਜਾਂਦਾ ਫਿਰ ਅੰਦਰੋਂ ਮਾਲਕ ਪ੍ਰਗਟ ਹੁੰਦਾ ਹੈ। ਤੇ ਜਦੋਂ ਉਹ ਅੰਦਰੋਂ ਪ੍ਰਗਟ ਹੁੰਦਾ ਹੈ ਨਾ ਸਾਧ ਸੰਗਤ, ਫਿਰ ਹਰ ਇੱਕ ਦੇ ਵਿੱਚੋਂ ਮਾਲਕ ਨਜ਼ਰ ਆਉਂਦਾ ਹੈ। ਤੇ ਜਿਹਨੂੰ ਹਰ ਇੱਕ ਦੇ ਅੰਦਰੋਂ ਮਾਲਕ ਨਜ਼ਰ ਆਉਣ ਲੱਗ ਪਿਆ ਨਾ, ਉਹਦੇ ਬਾਰੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹਮੇਸ਼ਾ ਹੀ ਗੁਣ ਗਾਉਂਦਾ ਜੀ ਉਹ। ਨਾਨੈ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੇ ਸੋਈ। ਉਹੀ ਜਿਹਦੇ ਅੰਦਰ ਪ੍ਰਗਟ ਹੋ ਗਿਆ, ਗੁਣ ਗਾਉਂਦਾ ਹੀ ਰਹਿੰਦਾ ਹੈ ਜੀ ਉਹ ਆਖਾਂ ਜੀਵਾਂ ਵਿਸਰੈ ਮਰ ਜਾਉ ਵਾਲੀ ਗੱਲ ਬਣ ਜਾਂਦੀ ਹੈ। ਤੇ ਅਗਲੀ ਗੱਲ ਕਹਿੰਦੇ, ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਉਹਨੂੰ ਫਿਰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਉਹਦੇ ਵਿੱਚ ਸਮਾ ਜਾਂਦਾ ਹੈ। ਜਿਵੇਂ ਪਾਣੀ ਚੱਲਦਾ ਚੱਲਦਾ ਰੁਕਾਵਟਾਂ ਨੂੰ ਦੂਰ ਕਰਦਾ ਹੋਇਆ ਸਮੁੰਦਰ ਵਿੱਚ ਸਮਾ ਜਾਂਦਾ ਨਾ, ਸਮੁੰਦਰ ਦਾ ਰੂਪ ਹੋ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਉਹ ਗੁਣ ਗਾਉਂਦਾ ਗਾਉਂਦਾ, ਗੁਣ ਗਾਵਤ ਗੁਣੀ ਸਮਾਵਣਿਆ, ਉਹ ਗੁਣਾਂ ਵਾਲੇ ਪ੍ਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਉਹਨੂੰ ਮਾਲਕ ਆਪਣੇ ਨਾਲ ਮੇਲ ਲੈਂਦਾ, ਉਹਦੇ ਵਿੱਚ ਮਰਜ ਹੋ ਜਾਂਦਾ ਹੈ। ਜਿਹਨੂੰ ਗੁਰੂ ਸਾਹਿਬ ਨੇ ਏਦਾਂ ਵੀ ਕਿਹਾ ਨਾ ਕਿ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਲਾਈਟ ਲਾਈਟ ਵਿੱਚ ਸਮਾ ਗਈ, ਕੰਪਲੀਟ ਹੋ ਗਿਆ। ਤੇ ਹੁਣ ਪੁਨਰਪ ਜਨਮ ਨਾ ਹੋਈ। ਹੁਣ ਦੁਬਾਰਾ ਉਸ ਮਾਲਕ ਦੇ ਨਾਲੋਂ ਸੈਪਰੇਸ਼ਨ ਨਹੀਂ ਹੋਏਗਾ। ਆਪੇ ਮਿਲਿਆ ਮਿਲ ਰਿਹਾ। ਜਦੋਂ ਉਹਦੇ ਨਾਲ ਮਿਲ ਗਿਆ ਨਾ ਇਨਸਾਨ, ਫਿਰ ਵਿਛੋੜਾ ਕਦੇ ਨਾ ਹੋਈ। ਫਿਰ ਕਦੇ ਵਿਛੋੜਾ ਥੋੜੀ ਹੋਣਾ ਹੈ ਮਾਲਕ ਦੇ ਨਾਲ, ਦੁਬਾਰਾ ਥੋੜੀ ਵਿਛੜਨਾ ਹੈ। ਇੱਕ ਵਾਰੀ ਉਹਨੇ ਵਿਛੋੜ ਦਿੱਤਾ ਹੈ ਆਪਣੇ ਨਾਲੋਂ। ਪਰ ਹੁਣ ਜਦੋਂ ਆਪਾਂ ਕੋਸ਼ਿਸ਼ ਕਰਕੇ ਉਸ ਮਾਲਕ ਨੂੰ ਪਾ ਲਿਆ ਹੈ ਨਾ, ਹੁਣ ਦੁਬਾਰਾ ਵਿਛੋੜਾ ਨਹੀਂ ਜੀ ਹੋਣਾ। ਵਿਛੋੜਾ ਉਹਨਾਂ ਦੇ ਲਈ ਹੈ ਜਿਹੜੇ
ਉਹਦੇ ਨਾਲੋਂ ਟੁੱਟੇ ਰਹਿ ਜਾਂਦੇ ਨੇ। ਜਿਨ੍ਹਾਂ ਨੇ ਇਸ ਜੀਵਨ ਦੇ ਪਰਪਸ ਨੂੰ ਸਮਝ ਕੇ ਉਸ ਮਾਲਕ ਨੂੰ ਪਾਉਣ ਦੇ ਲਈ ਆਪਣੇ ਆਪ ਨੂੰ ਡੈਡੀਕੇਟ ਕਰ ਦਿੱਤਾ ਨਾ, ਉਹ ਉਹਦੇ ਨਾਲ ਮਿਲਦੇ ਨੇ ਤੇ ਵਿਛੜਦੇ ਦੁਬਾਰਾ ਕਦੇ ਨਹੀਂ ਜੀ। ਸਰਕਲ ਉਹਨਾਂ ਦਾ ਚੱਲਦਾ ਹੈ ਜਿਹੜੇ ਟੁੱਟੇ ਰਹਿ ਜਾਂਦੇ ਨੇ। ਜਿਹੜੇ ਮਿਲ ਗਏ, ਆਪੇ ਮਿਲਿਆ, ਮਿਲ ਰਿਹਾ। ਸਤਿਗੁਰੂ ਜੀ ਕਹਿੰਦੇ ਪੁਨਰਪ ਜਨਮ ਨਾ ਹੋਈ, ਫਿਰ ਦੁਬਾਰਾ ਉਹਨਾਂ ਦਾ ਜੰਮਣ ਮਰਨਾ ਖਤਮ ਹੋ ਜਾਂਦਾ ਹੈ। ਉਹ ਮਾਲਕ ਦਾ ਰੂਪ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ ਕਿਤੇ ਇਹ ਜਿਹੜੀ ਗੱਲ ਸਾਹਿਬ ਜੀ ਨੇ ਪਾਵਨ ਬਚਨਾਂ ਦੇ ਵਿੱਚ ਸਮਝਾਈ ਹੈ ਨਾ, ਇੱਥੇ ਵਸ ਜਾਏ। ਗੁਣ ਗਾਉਣੇ ਉਹਦੇ ਸ਼ੁਰੂ ਕਰ ਦਈਏ। ਬੇਨਤੀ ਕਰੀ, ਮੈਂ ਆਰੰਭ ਦੇ ਵਿੱਚ ਇਸੇ ਕਰਕੇ ਕਿਹਾ ਕਿ ਕਿਣਕਾ ਮੰਗ ਲਈਏ ਗੁਰੂ ਦੇ ਕੋਲੋਂ। ਉਸ ਕਿਣਕੇ ਨੇ ਹੀ ਪਾਰ ਉਤਾਰਾ ਕਰ ਦੇਣਾ ਹੈ। ਉਸ ਕਿਣਕੇ ਨੇ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਦੇਣਾ ਹੈ। ਸਤਿਗੁਰੂ ਜੀ ਰਹਿਮਤ ਕਰਨ। ਬਾਣੀ ਅਗਾਧ ਬੋਧ ਹੈ ਜੀ। ਮੈਂ ਇਹ ਨਹੀਂ ਕਿ ਜੇ ਮੈਂ ਇੱਥੇ ਪਾਵਨ ਬਚਨਾਂ ਦੀ ਵਿਚਾਰ ਕੀਤੀ ਹੈ ਤੇ ਜੋ ਮੈਂ ਕਹਿ ਦਿੱਤਾ ਉਹ ਅਖੀਰਲਾ ਸੱਚ ਹੈ। ਅਗਾਧ ਬੋਧ ਹੈ। ਬੜੀ ਤਰ੍ਹਾਂ ਦੇ ਨਾਲ ਇਹਨੂੰ ਸਮਝਿਆ ਜਾ ਸਕਦਾ ਹੈ। ਕਈ ਪਰਸਪੈਕਟਿਵ ਤੋਂ ਇਹਨੂੰ ਵਿਚਾਰਿਆ ਜਾ ਸਕਦਾ ਹੈ। ਹੋਰ ਵੀ ਕਈ ਤਰੀਕਿਆਂ ਦੇ ਨਾਲ ਇਹਨੂੰ ਵਿਚਾਰਿਆ ਜਾ ਸਕਦਾ। ਜਿੰਨੀ ਕੁ ਮੱਤ ਮਾਲਕ ਨੇ ਦਿੱਤੀ ਉਹਦੇ ਅਕੋਰਡਿੰਗਲੀ ਤੁਹਾਡੇ ਨਾਲ ਵਿਚਾਰ ਕੀਤੇ ਨੇ, ਤੇ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।